सतगुरां दे साजे निवाजे गुरु रूप प्यारे साध संगत जी, निता प्रति कर्म अनुसार परमेश्वर के चरना कमलों विखे पहुँच करके गुरु दे दरबार आपो अपनियां हाजरियां लवा के सतगुरां दे अगे अरदास करते हाँ, बेनतियां डंडौत वंदना करते हैं कि ऐ परमेश्वर आप जी ने बहुत वधिया सुचज्जा जीवन बख्शिया है। इस जीवन दियां बहुत सारियां कड़ियां आप जी के चरणों के नाल बतीत होवन, सुचज्जे ढंग दे नाल जीवन बतीत होवे। गुरु साहिब जी महाराजियां दे चरना कमलों विखे अरदास बेनतियां सबदियां हन। अरदास सबदी है, पर गुरु साहिब जी महाराज कहंदे अरदास दे विच प्यार ते सत्कार होवे। जिहड़ी अरदास है इहदे विच प्यार ते सत्कार होवे। जिहड़ी अरदास दे विच प्यार अते सत्कार है, प्रेम है, वो अरदास करदियां सार ही परमेश्वर दे दर ते पहुँच जाती है। ते लम्मे अरसे तो लैके मनुख दीयां अरदासां परमात्मा अगे हो रही ने। कुछ ये आप करदा है, कुछ ये गुरु साहिब दे वजीरां तो करवाउंदा है। पर ये अरदास जिहड़ी है उहदे विच प्यार ते सत्कार होवे। गुरबाणी दे विच अरदास शब्द जिहड़ा है, वंदना शब्द बहुत जगह ते आया है। एक अरदास सी जिहड़ी वो अरदास साहिब श्री गुरु नानक देव साहिब जी महाराज जदों अपने नगर विचों चाले पाउण लगे पहली उदासी वास्ते, जदों नगर दे विचों पहली उदासी वेले चाले पाउण लगे ना, उत्थे एक गुरु नानक दे प्यारे ने अरदास कीती सी अपनी गुरु नानक अगे। ऐ नानक जी, तुसी चले हो, वापस पता नहीं किन्ने के समय नूं आओगे, ते जद असीं तुहाडे दर्शन करने होण, तुहाडे नाल गल्लां बातां करनियां होण, सुख दुख तुहानूं असीं सुणाउणा होवे, ते असीं की करांगे। ये अरदास, ये बेनती है। ये बेनती किस दे मूँहों निकली सी? ये बेनती निकली सी राय बलार दे मूँहों, क्योंकि राय बलार जी ने गुरु नानक महाराज दे बचपन दे जिहड़े सी बहुत सारे कौतक तक्के सी। राय बलार दे अग्यों जद ये अरदास निकली है, हथ जोड़े ने, ऐ नानक आप जी किरपा करो कि असीं तुहाडे नाल गल्लां बातां करनियां ने, सुख दुख तुहानूं सुणाउणा है, तुहाडे दर्शन करने ने, तो असीं की करांगे, तुसीं ते चले हो। उत्थे साहिब श्री गुरु नानक देव साहिब जी महाराज ने वचन उचारण किया सी राय बलार नूं। ये राय बलार गुरु नानक देव साहिब जी महाराज नूं उही राय बलार है जिस ने 758 मरबे
ਜ਼ਮੀਨ ਦੇ ਦਾਨ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਦਿੱਤੇ ਸੀ, ਜਿਹਦਾ ਤਕਰੀਬਨ 18,500 ਕਿੱਲਾ ਜ਼ਮੀਨ ਬਣਦੀ ਹੈ। ਰਾਏ ਬੁਲਾਰ ਨੇ 18,500 ਕਿੱਲਾ ਜ਼ਮੀਨ ਦਾਨ ਦੇ ਵਿੱਚ ਦਿੱਤੀ ਸੀ ਕਿ ਤੁਸੀਂ ਇਹ ਜ਼ਮੀਨ ਸਾਂਭੋ। ਪਰ ਕਮਾਲ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਉਹ ਜ਼ਮੀਨ 'ਤੇ ਜਿਹੜੀ ਦਾਨ ਦੇ ਵਿੱਚ ਆਈ ਹੋਈ ਜ਼ਮੀਨ ਸੀ ਨਾ 18,500 ਕਿੱਲਾ, ਉਹ 'ਤੇ ਖੇਤੀ ਨਹੀਂ ਕੀਤੀ। ਕੋਈ ਕਦੇ ਫਸਲ ਨਹੀਂ ਬੀਜੀ, ਕੋਈ ਫਸਲ ਉਹਦੇ ਵਿੱਚੋਂ ਵੱਢੀ ਨਹੀਂ। ਆਪਣੀ ਕਿਰਤ ਕਿੱਥੇ ਕੀਤੀ? ਜਿਹੜੀ ਕਰਤਾਰਪੁਰ ਦੀ ਧਰਤੀ ਮੁੱਲ ਖਰੀਦੀ ਸੀ ਉੱਥੇ। ਜਿਹੜੇ ਪੁੰਨ ਤੇ ਦਾਨ ਦੇ ਵਿੱਚ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਮਿਲਿਆ, ਰੱਤੀ ਭਰ ਵੀ ਉਹਦਾ ਗੁਮਾਨ ਨਹੀਂ ਕੀਤਾ ਸੀ। ਅਜੋਕੇ ਸਮੇਂ ਦਾ ਮਨੁੱਖ ਕਰ ਰਿਹਾ, ਜੇ ਪੁੰਨ ਆਵੇਗਾ ਦਾਨ ਆਵੇਗਾ ਤੇ ਸਭ ਕੁਛ ਹੈ। ਖੈਰ, ਰਾਏ ਬੁਲਾਰ ਨੇ ਜਦ ਇਹ ਬੇਨਤੀ ਕੀਤੀ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਕੁਛ ਸ਼ਬਦ ਕਹੇ ਨੇ। ਰਾਏ ਬੁਲਾਰ ਜੀ, ਜਦ ਵੀ ਤੁਹਾਨੂੰ ਜ਼ਰੂਰਤ ਪਵੇ ਕਿ ਜਿਹੜਾ ਕੰਮ ਤੁਹਾਥੋਂ ਨਾ ਹੋਵੇ, ਤੁਹਾਡੇ ਹੱਥ ਦੇ ਵਿੱਚ ਨਾ ਹੋਵੇ, ਕਿਉਂਕਿ ਮਨੁੱਖ ਅਰਦਾਸ ਉਸੇ ਕੰਮ ਦੀ ਕਰਦਾ ਹੈ ਜਿਹੜਾ ਮਨੁੱਖ ਦੇ ਆਪਣੇ ਹੱਥ ਦੇ ਵਿੱਚ ਕੰਮ ਨਹੀਂ ਹੈ, ਉਹਦੀ ਅਰਦਾਸ ਕਰਦਾ ਹੈ। ਜੋ ਕੰਮ ਮਨੁੱਖ ਆਪ ਨਹੀਂ ਕਰ ਸਕਦਾ ਜਾਂ ਆਪ ਕਰ ਸਕਦਾ ਹੈ, ਤੇ ਪਰਮਾਤਮਾ ਨੂੰ ਕਹਿ ਦਿੰਦਾ ਹੈ ਕਿ ਪਰਮਾਤਮਾ, ਮੈਂ ਇਹ ਬਹੁਤ ਵੱਡਾ, ਮੈਂ ਆਦਮੀ ਛੋਟਾ ਹਾਂ, ਕੰਮ ਬਹੁਤ ਵੱਡਾ ਕਰਨ ਲੱਗਿਆ, ਇਸ ਮੇਰੇ ਸਾਰੇ ਕਾਰਜ ਦੇ ਵਿੱਚ ਅੰਗ ਸੰਗ ਹੋ ਕੇ ਮੇਰੀ ਸਹਾਇਤਾ ਕਰਿਓ। ਜੇ ਤੁਸੀਂ ਸਹਾਇਤਾ ਕਰੋਗੇ ਮੈਂ ਇਹ ਛੋਟਾ ਜਿਹਾ ਆਦਮੀ ਬਹੁਤ ਵੱਡਾ ਕਾਰਜ ਕਰ ਲਵਾਂਗਾ, ਵਰਨਾ ਮੈਂ ਇਹ ਕਾਰਜ ਨਹੀਂ ਕਰ ਸਕਣਾ, ਵਰਨਾ ਮੈਂ ਇਹ ਕਾਰਜ ਹੈ ਜਿਹੜਾ ਉਹ ਨਹੀਂ ਕਰ ਸਕਾਂਗਾ। ਇਹੋ ਅਰਦਾਸ ਮਨੁੱਖ ਦੀ ਹੈ। ਤੋ ਜਿਹੜੀ ਬੇਨਤੀ ਰਾਏ ਬੁਲਾਰ ਨੇ ਗੁਰੂ ਨਾਨਕ ਦੇ ਅੱਗੇ ਕੀਤੀ ਹੈ ਅਰਦਾਸ, ਉਸ ਦੇ ਵਿੱਚ ਪ੍ਰੇਮ ਤੇ ਸਤਿਕਾਰ ਬੜਾ ਹੈ। ਉਸ ਬੇਨਤੀ ਦੇ ਵਿੱਚ ਬਹੁਤੀਆਂ ਜਗ੍ਹਾ 'ਤੇ ਤਕਰੀਬਨ ਅਰਦਾਸਾਂ ਜਦੋਂ ਅਸੀਂ ਕਰਦੇ ਰਹਿੰਦੇ ਹਾਂ ਤੋ ਇਹਦਾ ਸੀ ਜਿਹੜਾ ਕਈ ਵਾਰੀ ਅਰਦਾਸ ਹੈ ਜਿਹੜੀ ਉਹ ਨਹੀਂ ਪ੍ਰਵਾਨ ਹੁੰਦੀ, ਤਾਂ ਮਨੁੱਖ ਨਿਰਾਸ਼ਾ ਦੇ ਵਿੱਚ ਚਲਿਆ ਜਾਂਦਾ ਵੀ ਕਿਉਂ ਨਹੀਂ ਪ੍ਰਵਾਨ ਹੋਈ। ਜੋ ਪਰਮਾਤਮਾ ਨੇ ਸਾਨੂੰ ਦੇਣਾ ਹੈ ਉਹਨੇ ਦੇਣਾ ਹੈ। ਜੋ ਅਸੀਂ ਬੜੇ ਲੰਮੇ ਅਰਸੇ ਤੋਂ ਲੈ ਕੇ ਪਰਮਾਤਮਾ ਤੋਂ ਮੰਗ ਰਹੇ ਹਾਂ ਕਿ ਪਰਮਾਤਮਾ ਇਹ ਵੀ ਦੇ, ਪਰਮਾਤਮਾ ਨਹੀਂ ਦਿੰਦਾ। ਕਾਰਨ ਕੀ ਹੁੰਦਾ ਹੈ? ਉਹਦੇ ਕਾਰਨ ਇਹ ਛੁਪਿਆ ਹੁੰਦਾ ਹੈ ਕਿ ਪਰਮਾਤਮਾ ਨੂੰ ਮਨੁੱਖ ਬਾਰੇ ਪਤਾ ਹੈ ਕਿ ਜੇ ਮਨੁੱਖ ਨੂੰ ਜੋ ਕੁਛ ਇਹ ਮੰਗ ਰਿਹਾ ਹੈ, ਜੇ ਇਹਨੂੰ ਉਹ ਦੇਤਾ ਤੇ ਉਹ ਵਸਤੂ ਲੈਣ ਦੇ ਨਾਲ ਇਹ ਮਨੁੱਖ ਦੁਖੀ ਬਹੁਤ ਹੋ ਜਾਊਗਾ, ਤੇ ਪਰਮਾਤਮਾ ਕਿਸੇ ਨੂੰ ਦੁਖੀ ਕਰਨਾ ਨਹੀਂ ਚਾਹੁੰਦੇ। ਕਿਉਂਕਿ ਜਿਹੜੇ ਮਹੰਤ ਕਰਪਟ ਹੋਏ ਸੀ ਉਹ ਉਸੇ ਹੀ ਜ਼ਮੀਨ ਨੇ ਕਰਪਟ ਕੀਤੇ ਸੀ ਜਿਹੜੀ ਗੁਰੂ ਨਾਨਕ ਮਹਾਰਾਜ ਨੂੰ ਦਾਨ ਦੇ ਵਿੱਚ ਮਿਲੀ ਹੋਈ ਸੀ। ਕਿਉਂਕਿ ਪਹਿਲਾਂ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਸੀ ਉਹ ਮਹੰਤਾਂ ਦੇ ਕੋਲੇ ਹੁੰਦੇ ਸੀ। ਤੋ ਜਿਹੜੀ ਉਹਨਾਂ ਮਹੰਤ ਪਹਿਲਾਂ ਠੀਕ ਸੀ, ਜਦੋਂ ਉਹ ਜ਼ਮੀਨ ਦਾ ਉਹਨਾਂ ਟਾਈਮਾਂ ਦੇ ਵਿੱਚ 2 ਲੱਖ ਰੁਪਇਆ ਠੇਕਾ ਆਉਂਦਾ ਹੁੰਦਾ ਸੀ, ਤੇ ਉਹ 2 ਲੱਖ ਰੁਪਏ ਠੇਕੇ ਦੇ ਉਸੇ 18,500 ਕਿੱਲੇ ਨਾਲ ਮਹੰਤ ਕਰਪਟ ਹੋਏ ਸੀ। ਤੋ ਮਨੁੱਖ ਦੀ ਤੇ ਇੱਛਾ ਹੁੰਦੀ ਹੈ ਕਿ ਪਰਮਾਤਮਾ ਹੋਰ ਦੇ। ਪਰਮਾਤਮਾ ਮਨੁੱਖ ਦੀ ਬੇੜੀ ਦੇ ਵਿੱਚ ਓਨਾ ਕੀ ਭਾਰ ਧਰਦੇ ਨੇ ਜਿੰਨਾ ਕਿ ਇਸ ਦੀ ਬੇੜੀ ਭਾਰ ਨੂੰ ਝੱਲ ਸਕੇ। ਜੇ ਬੇੜੀ ਦੇ ਵਿੱਚ ਬਹੁਤਾ ਭਾਰ ਧਰਿਆ ਗਿਆ ਤੇ ਚਾਂਸ ਹੈ ਕਿ ਇਹ ਦਰਿਆ ਦੇ ਵਿਚਕਾਰ ਜਾ ਕੇ ਡੁੱਬੇਗੀ, ਤੇ ਪਰਮਾਤਮਾ ਕਿਸੇ ਨੂੰ ਡੋਬਣਾ ਨਹੀਂ ਚਾਹੁੰਦੇ।
बहुत लंबा टाइम मंगता रहा मनुख अरदासां करके, परमात्मा नहीं दिंदे। तो ये तो कोई गिला शिकवा नहीं करना, ये तो कोई गिला शिकवा नहीं करना कि परमात्मा क्यों नहीं दे रहे। गुरु साहिब जी महाराज पंजवें पातशाह कहते ने, 10 वस्तु ले पाछै पावै, एक वस्त कारण बिखोट गवावै। तैनू 10 वस्तुआं इहो जिहियां दित्तियां ने जिहदे कारण करके तेरा जीवन है बड़े सुचੱਜੇ ढंग दे नाल लंघ ਰਿਹਾ। बचपन दे विच तैनू माँ बाप दिते सी, तू किहड़े मंगे सी माँ बाप? आकाश दिता है, धरती दिती है, धरती तो 3 गुना वध पानी दिता है, ये हवा है, किन्ना कुछ परमात्मा ने दिता है। ये मनुख ने मंगिया थोड़ो है परमात्मा तो, बिन मंगिया दिता होया, बिन मंगे माँ बाप दिते। इंज लाइए तो 10 वस्तुआं ऐसियां बनदियां ने जिहड़ियां परमात्मा तो मनुख ने नहीं मंगियां, पर फिर भी परमात्मा ने दित्तियां ने, और दित्तियां भी इन्नियां ने कि कदे मुक ही नहीं सकदियां, नहीं मुक सकदियां। जिहड़े माँ बाप ने उंगली फड़ के सानू चलना सिखाया, भावें अज किसी दे कोल वो माँ बाप नहीं है, पर मनुख कदे भुल सकदा भी मेरा माँ और बाप मेरी उंगली किवें पकड़दे सी? चेते ने। अज भी माँ बाप की सिक्ख्या मनुख दे कोल है, भावें वो मनुखा शरीर करके माँ बाप नहीं रहे, सिक्ख्या ते कोल है। अनमंगियां वस्तुआं दित्तियां, इतनी हवा पैदा की, इतना पानी पैदा किया है कि मनुख करोड़ां की तादाद दे विच पशु पंछी मनुखा जीवन है जिहड़े इन्हां दा वर्त वर्तावा कर रहे है। ना किसी तो पानी मुक्या, ना अज तक किसी तो हवा मुक्की है, मुकदे ही नहीं। 10 वस्तु ले पाछै पावै, तैनू इतना कुछ बख्शिया है, अनमंगिया दिता तैनू, वो भी दिता भी इन्ना भी तू उन्होंने मका नहीं सकता। 10 वस्तु ले पाछै पावै, एक वस्त कारण बिखोट गवावै। अज तो परमात्मा तो मंग रहे हैं, ते परमात्मा तो मंगदा है, परमात्मा जो कुछ तू मंगे परमात्मा तैनू नहीं दे रहे। मनुख की सोच बहुती लंबी नहीं है, इन्नी लंबी सोच मनुख की हो नहीं सकती जिन्नी लंबी सोच परमात्मा की है मनुख प्रति। ये तो मनुख नूं भी मनना पवेगा। परमात्मा देखता है कि इस मनुख जो कुछ मंग रहा है, जे इनू बहुती तादाद दे विच दे देवां, बहुती तादाद दे विच दे देवां, ते इहदा जिहड़ा जीवन है नरक दी ढेरी बन जाऊगा। अज जिहड़ा मनुख परमात्मा दा सिमरन बंदगी करदा है, अगर भाई जे इनू बहुता कुछ दे दिता तो हो सकता है भी कल नूं ये बिष्टा का कीड़ा बन जाए, नाम जपे ही ना, छल कपटियां ठगियां करन लग जाए। ऐसा मनुखा की जिंदगी दे विच अक्सर हुंदा है, जिन्हां दे कोल कुछ भी नहीं है, परमात्मा के नाम की आराधना बड़ी करते हैं। जिमें जिमें धन वधी जाता है, जिमें जिमें पदार्थ वधी जाते हैं, जिमें जिमें घर मकान उच्चे ते पक्के होंदे तुरे जाते हैं, नितनेम तो मनुख खिसकदा जा रहा है। नितनेम चलिया गया, अज नितनेम नहीं हो रहा। सारा कुछ इन्हें वड्डी तादाद दे विच अपनियां सहूलतां पैदा कर लईआं ने, जिन्ना ज़्यादा सहूलतां इन्हें पैदा कर लईआं ने, नितनेम उन्ना ही चलिया गया। अज नहीं नितनेम कर रहे। तो अरदास जिहड़ी है, मनुख कहता है कि परमात्मा ने यह कुछ मैनू नहीं दिता। परमात्मा नूं पता है कि जे तैनू इन्नी वस्तु जिन्ना तो मंग रहा, जे तैनू सारा कुछ दे दिता
ਤੇ ਤੇਰੀ ਜ਼ਿੰਦਗੀ ਦੁੱਖਾਂ ਦੀ ਖਾਣ ਬਣ ਜਾਊਗੀ। ਜਿੰਨੀ ਕਿ ਤੇਰੀ ਯੋਗਤਾ ਹੈ ਉਹ ਤੇਰੀ ਯੋਗਤਾ ਦੇ ਅਨੁਸਾਰ ਤੇਰੀ ਝੋਲੀ ਦੇ ਵਿੱਚ ਸਭ ਕੁਝ ਪਰਮਾਤਮਾ ਨੇ ਪਾਇਆ ਹੋਇਆ ਹੈ। ਮੰਗਦਾ ਤੇ ਮਨੁੱਖ ਨਿਤ ਹੈ, ਪਰਮਾਤਮਾ ਹੋਰ ਦੇ, ਪਰਮਾਤਮਾ ਹੋਰ ਦੇ, ਪਰ ਪਰਮਾਤਮਾ ਇਹਦੀ ਜ਼ਿੰਦਗੀ ਦੀ ਬੇੜੀ ਦੇ ਵਿੱਚ ਓਨਾ ਹੀ ਕੁ ਭਾਰ ਧਰਦੇ ਨੇ ਜਿੰਨਾ ਕੁ ਭਵ ਸਾਗਰ ਤੋਂ ਪਾਰ ਹੋ ਜੇ। ਅਗਰਵਾਈਜ਼ ਜੇ ਬਹੁਤਾ ਭਾਰ ਧਰਿਆ ਤੇ ਪਰਮਾਤਮਾ ਨੂੰ ਪਤਾ ਹੈ ਕਿ ਜ਼ਿੰਦਗੀ ਕਿਤੇ ਵਿਚਕਾਰ ਨਾ ਡੁੱਬ ਜੇ। ਸਿਆਣਾ ਮਨੁੱਖ ਕੀ ਕਰਦਾ? ਸਮੁੰਦਰੋਂ ਪਾਰ ਹੋਣਾ ਹੋਵੇ, ਜਿੰਨਾ ਕੁ ਬੇੜੀ ਭਾਰ ਝੱਲ ਸਕਦੀ ਹੈ ਓਨਾ ਕੁ ਭਾਰ ਲੈ ਕੇ ਜਾਂਦਾ ਉਸ 'ਤੇ। ਜਿਹੋ ਜਿਹੇ ਸਾਡੇ ਕੋਲੇ ਸਾਧਨ ਨੇ ਉਹੋ ਜਿਹੇ ਸਾਧਨ ਤੇ ਉਹੋ ਜਿਹਾ ਹੀ ਭਾਰ ਧਰਿਆ ਜਾਂਦਾ ਹੈ। 5 ਸਾਲ ਦੇ ਬੱਚੇ ਦੇ ਸਿਰ ਤੇ ਜੇ 1 ਕੁਆਂਟਲ ਦਾ ਭਾਰ ਧਰਾਂਗੇ ਤੇ ਪਤਾ ਹੈ ਕਿ ਇਸ ਦਾ ਤੇ ਸਾਰਾ ਕੁਝ ਹੀ ਟੁੱਟ ਜਾਵੇਗਾ। ਨਿਦਾਨ ਜੀ ਜ਼ਿੰਦਗੀ ਹੈ ਬੰਦੇ ਦੀ, ਪਰਮਾਤਮਾ ਨੂੰ ਪਤਾ ਹੈ ਕਿ ਜੇ ਇਸ ਨੂੰ ਕਰੋੜਾਂ ਦੀ ਤਾਦਾਦ ਦੇ ਵਿੱਚ ਇਹਦੇ ਘਰ ਦੇ ਵਿੱਚ ਪਦਾਰਥ ਭੇਜ ਦਿੱਤੇ ਜ਼ਿੰਦਗੀ ਦੀ ਡੁੱਬ ਜਾਵੇਗੀ, ਸਿਰ ਤੇ ਭਾਰ ਜੋ ਹੋ ਜਾਵੇਗਾ। ਫਿਰ ਇਹਦੇ ਕੋਲ ਟਾਈਮ ਨਹੀਂ ਰਹਿਣਾ ਕਿਸੇ ਕੋਲ ਬੋਲਣ ਦਾ, ਇਹਦੇ ਕੋਲ ਟਾਈਮ ਨਹੀਂ ਰਹਿਣਾ ਨਿਤਨੇਮ ਕਰਨ ਦਾ, ਫਿਰ ਇਹਦੇ ਕੋਲ ਸਮਾਂ ਨਹੀਂ ਰਹਿਣਾ ਕਿ ਇਹ ਅੰਮ੍ਰਿਤ ਵੇਲੇ ਜਾਵੇ, ਹੱਥ ਜੋੜੇ, ਅਰਦਾਸ ਕਰੇ ਕਿ ਪਰਮਾਤਮਾ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਬਹੁਤ ਕੁਛ ਦਿੱਤਾ ਹੋਇਆ। ਕਿਉਂਕਿ ਜ਼ਿਆਦਾਤਰ ਜਿਨ੍ਹਾਂ ਦੇ ਬਹੁਤੇ ਪਦਾਰਥ ਨੇ, ਬਹੁਤੇ ਧਨ ਨੇ, ਉਹ ਕਦੇ ਪਰਮਾਤਮਾ ਦੇ ਗੁਰਦੁਆਰੇ ਦੇ ਵਿੱਚ ਆ ਕੇ ਅਰਦਾਸ ਬੇਨਤੀ ਆਪਣੀ ਨਹੀਂ ਕਰਦੇ। ਬਹੁਤੇ ਪਦਾਰਥ ਤੋਂ ਪਰਮਾਤਮਾ ਨੂੰ ਮਨੁੱਖਾਂ ਦੀ ਜ਼ਿੰਦਗੀ ਬਾਰੇ ਪਤਾ ਹੈ ਕਿ ਕਿਹੜੇ ਮਨੁੱਖ ਨੂੰ ਕਿੰਨਾ ਕੁ ਦੇਣਾ ਹੈ। ਤੋ ਜਦੋਂ ਮਨੁੱਖ ਦੇ ਕੋਲ ਬਹੁਤਾ ਕੁਝ ਹੋ ਜਾਂਦਾ ਹੈ, ਬਹੁਤੇ ਤੇ ਬੜੀਆਂ ਛਾਲਾਂ ਮਾਰਦੇ ਨੇ ਕਿ ਬਹੁਤੇ ਵੱਡੇ ਸੁੱਖ ਆ ਗਏ ਨੇ, ਹੁਣ ਤੇ ਬੜਾ ਧਨ ਹੋ ਗਿਆ, ਬੜੇ ਪਦਾਰਥ ਹੋ ਗਏ। ਦੁਨੀਆ ਦੇ ਵਿੱਚ ਜਿਵੇਂ ਜਿਵੇਂ ਧਨ ਵੱਧਦਾ ਜਾ ਰਿਹਾ ਹੈ, ਜਿਵੇਂ ਜਿਵੇਂ ਮਕਾਨ ਪੱਕੇ ਤੇ ਉੱਚੇ ਹੁੰਦੇ ਤੁਰੇ ਜਾ ਰਹੇ ਨੇ, ਜਿਵੇਂ ਜਿਵੇਂ ਦੁਨੀਆ ਤੇ ਪਦਾਰਥ ਵੱਧਦੇ ਜਾ ਰਹੇ ਨੇ, ਰੱਬ ਦਾ ਨਾਮ ਸਭ ਘਰਾਂ ਦੇ ਵਿੱਚੋਂ ਗਾਇਬ ਹੁੰਦਾ ਤੁਰਿਆ ਜਾ ਰਿਹਾ ਹੈ। ਸਭ ਦੇ ਘਰਾਂ ਦੇ ਵਿੱਚੋਂ ਗਾਇਬ ਹੁੰਦਾ ਤੁਰਿਆ ਜਾ ਰਿਹਾ ਹੈ। ਕੋਈ ਦਿਨ ਸੀ ਮਲਕ ਭਾਗੋ ਦੇ 36 ਪ੍ਰਕਾਰ ਦੇ ਪਦਾਰਥ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਛੱਡੇ, ਛੱਡ ਦਿੱਤੇ। ਕਿਸ ਦੇ ਘਰ ਚਲੇ ਗਏ? ਉਸ ਦੇ ਘਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚਲੇ ਗਏ ਜਿਨ੍ਹਾਂ ਦਾ ਘਰ ਮਕਾਨ ਬਿਲਕੁਲ ਕੱਚਾ ਸੀ, 2 ਡੰਗ ਦਾ ਭੋਜਨ ਬਣਦਾ ਸੀ, ਉਹਨਾਂ ਦੇ ਘਰ ਚਲੇ ਗਏ। ਇਹ ਤੇ ਅਵਤਾਰੀ ਪੁਰਖਾਂ ਦੇ ਸ਼੍ਰੇਣੀ ਦੇ ਵਿੱਚ ਬੜਾ ਲੰਬਾ ਚੌੜਾ ਇਤਿਹਾਸ ਪਿਆ ਹੈ। ਵੱਡੇ ਵੱਡੇ ਮਕਾਨ, ਵੱਡੇ ਵੱਡੇ ਮਹਿਲਾਂ ਨੂੰ ਛੱਡ ਕੇ ਚਲੇ ਜਾਂਦੇ ਸੀ ਕੁੱਲੀਆਂ ਦੇ ਵਿੱਚ ਰਹਿਣ ਵਾਸਤੇ। ਰਾਮ ਜੀ ਦੀ ਉਡੀਕ ਵਾਸਤੇ ਭੀਲਣੀ ਨੇ ਆਪਣੀ ਝੌਂਪੜੀ ਦੇ 4 ਚਫੇਰੇ ਫੁੱਲਾਂ ਦੀ ਸੇਜ ਵਿਛਾ ਕੇ ਰੱਖਦੀ ਸੀ। ਰਾਮ ਜੀ ਦਾ ਕੀ ਪਤਾ ਕਿਹੜੇ ਰਸਤੇ ਆਉਣਗੇ। ਰਾਮ ਜੀ ਨੇ ਵੱਡੇ ਵੱਡੇ ਮਹਿਲ ਛੱਡ ਕੇ ਉਹਦੇ ਕੁੱਲੇ ਨੂੰ ਭਾਗ ਲਾਉਣ ਵਾਸਤੇ ਝੌਂਪੜੀ ਦੇ ਵਿੱਚ ਚਲੇ ਗਏ। ਭਾਗ ਲਾਏ ਨੇ ਤਾਂ ਭਾਗ ਉਸੇ ਜਗ੍ਹਾ ਨੂੰ, ਉਸੇ ਥਾਂ ਨੂੰ, ਉਸੇ ਪਰਿਵਾਰ ਨੂੰ ਲੱਗੇ ਨੇ ਜਿਨ੍ਹਾਂ ਪਰਿਵਾਰਾਂ ਦੇ, ਜਿਨ੍ਹਾਂ ਘਰਾਂ ਦੇ ਵਿੱਚ ਗੁਰੂ ਸਾਹਿਬ ਜੀ ਅਕਾਲ ਪੁਰਖ ਪ੍ਰਤੀ ਪਿਆਰ ਤੇ ਸਤਿਕਾਰ ਸੀ, ਜਿਨ੍ਹਾਂ ਜਿਹੜੇ ਮਹਿਲ ਦੇ ਵਿੱਚ, ਭਾਵੇਂ ਉਹ ਕੁੱਲੀ ਹੋਵੇ ਭਾਵੇਂ ਮਹਿਲ ਹੋਵੇ। ਤੇ ਮਨੁੱਖ ਤੇ ਆਪਣੀ ਹੋਂਦ ਦੇ ਨਾਲੋਂ ਟੁੱਟਦਾ ਜਾ ਰਿਹਾ ਹੈ, ਹੋਂਦ ਦੇ ਨਾਲੋਂ ਟੁੱਟਦਾ ਜਾ ਰਿਹਾ ਹੈ। ਜਦ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਇਹ ਅਰਦਾਸ ਰਾਏ ਬੁਲਾਰ ਨੇ ਕੀਤੀ ਹੈ, ਰਾਏ ਬੁਲਾਰ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ, ਰਾਏ ਬੁਲਾਰ ਜੀ, ਜਿਹੜਾ ਕੰਮ ਤੁਹਾਥੋਂ ਨਾ ਹੋਵੇ, ਤੁਸੀਂ ਨਾ ਕਰ ਸਕੋ, ਜਦ ਵੀ ਤੁਹਾਨੂੰ ਲੋੜ ਪਵੇ
ਤੇ ਤੁਸੀਂ ਇੱਕ ਕਰਮ ਕਰਿਓ, ਉਹ ਤੁਸੀਂ ਕਰਿਓ ਅਰਦਾਸ। ਅਰਦਾਸ ਕਰਿਓ। ਜਿੰਨਾ ਪਿਆਰ ਤੇ ਸਤਿਕਾਰ ਤੁਹਾਡੀ ਹੁਣ ਬੇਨਤੀ ਦੇ ਵਿੱਚ ਹੈ ਨਾ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਅਰਦਾਸ ਕਰਨ ਲੱਗਿਆਂ ਇੰਨਾ ਹੀ ਪਿਆਰ ਸਤਿਕਾਰ ਉਸੇ ਅਰਦਾਸ ਦੇ ਵਿੱਚ ਹੋਵੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਰਾਏ ਬੁਲਾਰ ਅਸੀਂ ਤੇਰੇ ਕੋਲ ਹੀ ਖੜੇ ਹੋਇਆ ਕਰਾਂਗੇ। ਬੋਲੋ ਸਤਨਾਮ। ਪਰ ਉਹ ਅਰਦਾਸ ਦੇ ਵਿੱਚ ਪਿਆਰ ਤੇ ਸਤਿਕਾਰ ਹੋਵੇ। ਇੰਜ ਨਾ ਹੋਵੇ ਕਿ ਤੁਸੀਂ ਆਪਣੀ ਕਰਮ ਕਰ ਦਿੱਤਾ, ਠੀਕ ਹੈ, ਅਰਦਾਸ ਕਰ ਦਿੱਤੀ ਹੈ, ਪਿਆਰ ਤੇ ਸਤਿਕਾਰ ਹੋਵੇ। ਅਗਰ प्यार है, सत्कार है, तो गुरु साहब जी महाराज कहते जिन प्रेम कियो तिन ही प्रभ पायो। जिन्हों ने प्रेम किया है, प्यार किया है, अकाल पुरख का सत्कार किया, उन्होंने तो रब नूं पा लिया। ते जिन्हों ने पा लिया, जिन हर पायो तिन छपायो। जिन्हों ने रब नूं परमेश्वर नूं पा लिया, उन्होंने अपने कोल छुपा लिया है। क्योंकि वो परमेश्वर बारे पहले कहते सी कि परमेश्वर बारे कुछ भी नहीं जानते, अज जान के भी ये गल कह रहे हैं कि परमात्मा बारे कुछ नहीं जानते। क्योंकि मनुख की रसना छोटी रह जाती है, परमात्मा बहुत बड़ा बयान नहीं कर सकती, ये बयान नहीं कर सकती। रसना बहुत छोटी है, रब बहुत बड़ा, तो बयान किवें करेगी। इसलिए वो छुप जाते हैं। सबर अंदर सिर साबरे तन एवै जालेन, होन नजीक खुदाए दै भेत ना किसै देन। कोई मनुख रब दे नेड़े किन्ना क वस रहा है, ये गल दा भेत वो नहीं दस सकते। क्योंकि रब बहुत वड्डा है, दयालु कृपालु परमात्मा है, तो दयालु कृपालु दे इतनी वड्डी महिमा एक रसना नहीं कर सकती। गुरु नानक देव साहब जी महाराज कहते ये अरदास करे बिरथी कदे ना होवई जन की अरदास, नानक जोर गोविंद का पूर्ण गुणतास। बिरथी जन दी मनुख की अरदास नहीं जाती जदों अरदास प्रेम अते सत्कार दे विच भिज के कोई करता है। क्योंकि प्रेम अरदास दे विच असीं शब्द वरतदे हां बिरद की पैज। बिरद के पैज के अर्थ ने कि पुरातन समयां दे विच मरास गाउंदे हुंदे सी। मरास कहंदे सी कि जदों कोई किसी के घर मंगण जांदे ना, ते उहनूं ओहदी एक कुल दी सिफत करदे, फिर दूजी कुल दी सिफत करदे, तुहाडा जी पिता जिहड़ा सी महान सी, पुन्नदान करदा सी, तुहाडे जिहड़े दादे सी वो सूरमे सी। इंज उहनूं कहंदे सी मरास गाउणी, किसी की सिफत सलांघा करनी, किसी दियां कुलां दी सिफत सलांघा करनी। ते गुरु नानक ने मरदाने नूं भी यही गल कही सी, मरदानिया जिहड़ी तू ये मरास गाउणा है ना, अगर भाई जे किते इहदे विच तू रब दे गीत गाया करे ना, ते तेरी ये गाई हुई मरास नूं सारी दुनिया सुनिया करेगी। मरासी मरास गाउंदे हुंदे सी भाई मरदाना जी पहला, इहदे विच तो रब दे गीत गाया कर। जदों मरदाना जी रब दे गीत गाउण लगे प्यार ते सत्कार दे नाल, ते अज तक रबाबी बड़े होए, पर जिहड़ी बाबे मरदाने ने रबाब बजाई है, उहदे वर्गी कोई रबाब नहीं बजा सकदा, रबाब नहीं कोई बजा सकदा। जदों उन्होंने परमात्मा दे गीत गाउणे शुरू कर दिते, उन्हां वर्गी कोई रबाब नहीं बजा सकता। भाई मरदाना ते ऐलानिया कहते सी गुरु नानक देव साहब महाराज नूं, हिम्मत करके कह दिंदे सी, ऐ नानक मैं डूम है, तुसी भी डूम हो, मेरा कहा होया तुसी नहीं मोड़दे, ते तुहाडा कहा होया रब नहीं मोड़दा। जो रब कहंदे ने वो तुसी करदे हो, जो तुसी कहने हो वो मैं करदा। मेरे विच ते तुहाडे विच कोई अंतर नहीं है, ते तुहाडे विच अते रब दे विच कोई अंतर नहीं है। ऐसा ते भाई मरदाना जी गुरु नानक देव साहब जी महाराज नूं कहंदे सी, बड़ी हिम्मत करके कह दिंदे सी। बड़ी हिम्मत करनी पैंदी है इस काम वास्ते। ऐ गुरु नानक
ਮੇਰੇ ਵਿੱਚ ਤੇ ਤੁਹਾਡੇ ਵਿੱਚ ਕੋਈ ਭੇਤ ਨਹੀਂ ਹੈ, ਤੇ ਤੁਹਾਡੇ ਵਿੱਚ ਤੇ ਅਕਾਲ ਪੁਰਖ ਦੇ ਵਿੱਚ ਕੋਈ ਭੇਤ ਨਹੀਂ ਹੈ। ਤੁਸੀਂ ਉਹਨਾਂ ਨੂੰ ਅਰਦਾਸਾਂ ਕਰਦੇ ਹੋ, ਮੈਂ ਤੁਹਾਡੇ ਅੱਗੇ ਵੀ ਅਰਦਾਸ ਕਰਦਾ। ਮੇਰੀ ਗੱਲ ਤੁਸੀਂ ਨਹੀਂ ਮੋੜ ਸਕਦੇ, ਤੁਹਾਡੀ ਅਕਾਲ ਪੁਰਖ ਨਹੀਂ ਮੋੜਦਾ। ਅਕਾਲ ਪੁਰਖ ਦਾ ਹੁਕਮ ਤੁਸੀਂ ਮੰਨਦੇ ਹੋ, ਤੁਹਾਡਾ ਹੁਕਮ ਮੈਂ ਮੰਨਦਾ। ਮੇਰੇ ਵਿੱਚ ਤੇ ਤੁਹਾਡੇ ਵਿੱਚ ਕੋਈ ਅੰਤਰ ਨਹੀਂ ਹੈ। ਇਸ ਗੱਲ ਕਹਿਣ ਦੇ ਵਿੱਚ ਬੜੀ ਹਿੰਮਤ ਚਾਹੀਦੀ ਹੈ। ਅੱਜ ਮੈਂ ਨਹੀਂ ਹਾਂ, ਅੱਜ ਤੁਸੀਂ ਹੋ। ਜਿਸ ਦਿਨ ਮਨੁੱਖ ਦੇ ਅੰਦਰੋਂ ਮੈਂ ਖਤਮ ਹੋ ਜਾਂਦੀ ਹੈ, ਤੂੰ ਸ਼ਬਦ ਉੱਥੋਂ ਹੀ ਜਨਮ ਲੈਂਦਾ ਹੈ। ਪਰ ਜਿੰਨਾ ਚਿਰ ਮੈਂ ਖੜੀ ਹੈ, ਉਨਾ ਚਿਰ ਕੋਈ ਵੀ ਖੇਡ ਨਹੀਂ ਬਣਨ ਵਾਲੀ। ਮੈਂ ਸਮਾਜ ਦੇ ਵਿੱਚ ਇਹ ਬੋਲਿਆ, ਮੈਂ ਸਮਾਜ ਦੇ ਵਿੱਚ ਇਹ ਦੇਖਿਆ, ਮੈਂ ਸਮਾਜ ਦੇ ਵਿੱਚ ਇਹ ਕਰਿਆ, ਮੈਂ ਸਮਾਜ ਦੇ ਵਿੱਚ 4 ਚਫੇਰੇ ਤੋਂ ਮੈਨੇ ਇੰਨੀਆਂ ਸੰਗਲੀਆਂ ਮਨੁੱਖ ਨੂੰ ਪਾ ਲਈਆਂ, ਹੁਣ ਇਹ ਟੁੱਟਣ ਵਾਲੀਆਂ ਨਹੀਂ ਹੈ, ਟੁੱਟਦੀਆਂ ਨਹੀਂ ਹੈ। ਮੈਂ ਵਾਲੀ ਸੰਗਲੀ ਟੁੱਟਦੇ ਹੀ ਨਹੀਂ। ਇਤਨੇ ਭਿਆਨਕ ਸੰਗਲ ਮਨੁੱਖ ਨੂੰ ਪਾਏ ਹੋਏ ਨੇ। ਬਹੁਤ ਵੱਡੇ ਧਾਰਮਿਕ ਮਨੁੱਖ ਐਸੇ ਨੇ ਸਮਾਜ ਦੇ ਵਿੱਚ, ਜਿਨ੍ਹਾਂ ਨੂੰ ਮੈਂ ਨੇ ਇੰਨੇ ਤਕੜੇ ਸੰਗਲ ਪਾਲੇ, ਇੱਕ ਜਨਮ ਤਾਂ ਕੀ ਕਰੋੜਾਂ ਜਨਮ ਦੇ ਵਿੱਚ ਵੀ ਉਹ ਸੰਗਲ ਨਹੀਂ ਟੁੱਟਣ ਵਾਲੇ ਇਹਨਾਂ ਦੇ। ਇਤਨੇ ਵੱਡੇ ਤੇ ਇਤਨੇ ਤਕੜੇ ਸੰਗਲ ਪਏ ਹੋਏ ਨੇ ਮੈਂ ਵਾਲੇ। ਮੈਂ ਇਹ ਬੋਲਿਆ, ਮੈਂ ਇਹ ਕੀਤਾ, ਮੈਂ ਕਰਦਾ ਰਿਹਾ। ਮੇਰੇ ਮਾਂ ਬਾਪ ਇਹ ਕੁਛ ਕਰਦੇ ਸੀ, ਬੜਾ ਪਾਸਿਓਂ ਮੈਂ ਨੇ। ਜੇ ਮਨੁੱਖ ਇੰਝ ਗਿਣਨ ਲੱਗ ਜੇ ਨਾ, ਮੈਂ ਸ਼ਬਦ ਨੂੰ ਵੀ, ਮੈਂ ਸ਼ਬਦ ਮੈਂ ਇੱਕ ਦਿਨ ਵਿੱਚ ਕਿੰਨੇ ਵਾਰੀ ਵਰਤਦਾ, ਉਹਨੂੰ ਸ਼ਾਮ ਤੱਕ ਲਿਖੀ ਜਾਵੇ ਤੇ ਸੱਚ ਕਰਕੇ ਜਾਣੋ, ਨਾ ਵਾਲਾ ਤਾਂ 100 ਵਾਰੀ ਤਾਂ ਲਿਖ ਹੀ ਲਓਗੇ ਵੀ 100 ਵਾਰੀ ਇੱਕ ਦਿਨ ਦੇ ਵਿੱਚ ਮੈਂ ਸ਼ਬਦ ਵਰਤਿਆ ਆਪਣੇ ਆਪ। ਤੇ ਜਿੰਨਾ ਚਿਰ ਮੈਂ ਸ਼ਬਦ ਨਹੀਂ ਖਤਮ ਹੁੰਦਾ, ਓਨਾ ਚਿਰ ਤੂੰ ਸ਼ਬਦ ਨਹੀਂ ਪੈਦਾ ਹੁੰਦਾ, ਔਰ ਜਿੰਨਾ ਚਿਰ ਤੂੰ ਸ਼ਬਦ ਨਹੀਂ ਪੈਦਾ ਹੁੰਦਾ, ਓਨਾ ਚਿਰ ਮਨੁੱਖ ਦੇ ਘਰ ਦੀ ਅਰਦਾਸ ਪਰਮਾਤਮਾ ਤੱਕ ਨਹੀਂ ਪਹੁੰਚਦੀ। ਇਹੋ ਹੀ ਕਾਰਨ ਹੈ ਗੁਰੂ ਨਾਨਕ ਮਹਾਰਾਜ ਨੇ ਰਾਏ ਬੁਲਾਰ ਨੂੰ ਕਿਹਾ, ਰਾਏ ਬੁਲਾਰ ਕਹਿੰਦੇ ਤੇਰੀ ਅਰਦਾਸ ਦੇ ਵਿੱਚ ਇੱਕ ਅਰਦਾਸ ਕਰੀ, ਅਰਦਾਸ ਦੇ ਵਿੱਚ ਪਿਆਰ ਤੇ ਸਤਿਕਾਰ ਹੋਵੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਜਦੋਂ ਵੀ ਅਰਦਾਸ ਪਿਆਰ ਤੇ ਸਤਿਕਾਰ ਦੇ ਵਿੱਚ ਭਿੱਜ ਕੇ ਕਰੇਗਾ, ਅਸੀਂ ਤੇਰੇ ਕੋਲ ਖੜੇ ਹੋਵਾਂਗੇ। ਗੁਰੂ ਸਾਹਿਬ ਜੀ ਮਹਾਰਾਜ ਤੋਂ ਅਰਦਾਸਾਂ ਹਰ ਇੱਕ ਮਨੁੱਖ ਦੀਆਂ ਹੁੰਦੀਆਂ ਨੇ। ਮਨੁੱਖ ਕਹਿੰਦਾ ਮੇਰੀ ਅਰਦਾਸ ਪੂਰੀ ਨਹੀਂ ਹੋਈ, ਅਰਦਾਸ ਦੇ ਵਿੱਚ ਪਿਆਰ ਤੇ ਸਤਿਕਾਰ ਜ਼ਰੂਰੀ ਹੈ। ਔਰ ਜੇ ਪਿਆਰ ਤੇ ਸਤਿਕਾਰ ਦੇ ਵਿੱਚ ਭਿੱਜ ਕੇ ਅਰਦਾਸ ਅਸੀਂ ਕਰਦੇ ਹਾਂ, ਫਿਰ ਵੀ ਸਾਡੀ ਮੰਗ ਪੂਰੀ ਨਹੀਂ ਹੋ ਰਹੀ, ਤਾਂ ਸਮਝ ਲੈਣਾ ਕਿ ਪਰਮਾਤਮਾ ਨਹੀਂ ਚਾਹੁੰਦਾ ਕਿ ਮੈਂ ਇਹ ਛੋਟੀ ਜਿਹੀ ਬੇੜੀ ਦੇ ਵਿੱਚ ਬਹੁਤਾ ਭਾਰ ਧਰਾਂ ਤੇ ਬਹੁਤੇ ਭਾਰ ਦੇ ਨਾਲ ਇਹ ਦਰਿਆ ਦੇ ਵਿੱਚ ਡੁੱਬ ਜਾਵੇ। ਕਿਉਂਕਿ ਪਰਮਾਤਮਾ ਮਨੁੱਖ ਨੂੰ ਡੋਬਦਾ ਨਹੀਂ ਹੈ, ਪਰਮਾਤਮਾ ਮਨੁੱਖ ਨੂੰ ਤਾਰਦਾ ਹੈ। ਜਦੋਂ ਮਨੁੱਖ ਡੂੰਘਾਈ ਦੇ ਵਿੱਚ ਜਾ ਕੇ ਪਰਮਾਤਮਾ ਦੇ ਸ਼ਬਦਾਂ ਦੀ ਵਿਆਖਿਆ ਕਰ ਲੈਂਦਾ, ਸੁਣ ਲੈਂਦਾ ਹੈ, ਤਾਂ ਫਿਰ ਇਹਨਾਂ ਸ਼ਬਦਾਂ ਦਾ ਪਤਾ ਲੱਗ ਜਾਂਦਾ ਹੈ, ਮਨਾ ਵਾਕਈ ਪਰਮਾਤਮਾ ਆਪਣੀ ਜਗ੍ਹਾ 'ਤੇ ਠੀਕ ਹੈ, ਮੈਂ ਆਪਣੀ ਜਗ੍ਹਾ 'ਤੇ ਗਲਤ ਸੀ ਜਿਹੜਾ ਪਰਮਾਤਮਾ ਤੋਂ ਇੰਨਾ ਕੁਛ ਮੰਗਦਾ ਰਿਹਾ। ਤਾਂ ਜੇ ਪਰਮਾਤਮਾ ਮੈਨੂੰ ਇੰਨਾ ਕੁਛ ਦੇ ਦਿੰਦੇ ਤਾਂ ਜ਼ਿੰਦਗੀ ਦੀ ਬੇੜੀ ਡੁੱਬ ਜਾਣੀ ਸੀ। ਸੋ ਗੁਰਬਾਣੀ ਮਨੁੱਖ ਨੂੰ ਤਾਰਦੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਨਿਸ ਨਾਮ ਅੰਧਕਾਰ, ਤਾਰੇ ਨਾਮ ਧਾਰਨਾ। ਅੰਧਕਾਰ ਦੇ ਵਿੱਚੋਂ ਕੱਢ ਕੇ ਚਾਨਣ ਦੇ ਵਿੱਚ ਮਨੁੱਖ ਨੂੰ ਲਿਜਾਣਾ। ਤੋ ਪਦਾਰਥਾਂ ਦੀ ਬਹੁਤੀ ਬੇੜੀ ਭਰ ਕੇ ਪਰਮਾਤਮਾ ਕਿਸੇ ਦੀ ਜ਼ਿੰਦਗੀ ਨੂੰ ਡੋਬਣਾ ਨਹੀਂ ਚਾਹੁੰਦੇ। ਇਸ ਕਰਕੇ ਕਾਫੀ ਮੰਗਾਂ ਜਿਹੜੀਆਂ ਸਾਡੀਆਂ ਉਹ ਪੂਰੀਆਂ ਨਹੀਂ ਹੁੰਦੀਆਂ, ਮੰਗਦੇ ਰਹਿੰਦੇ ਆ। ਤੇ ਕਾਫੀ ਮੰਗਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਬਿਨ ਮੰਗਿਆਂ ਪਰਮਾਤਮਾ ਸਾਡੀ ਝੋਲੀ ਦੇ ਵਿੱਚ ਪਾਈਆਂ ਹੋਈਆਂ ਨੇ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਭੀ ਨਾ ਦੇ 10 ਭੀ ਹਿਰ ਲੈ ਤਾਂ ਮੋੜਾ ਕਹਾਂ ਕਹਾਂ ਕਰੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜੋ ਤੂੰ ਮੰਗਿਆ ਉਹ ਨਹੀਂ ਮਿਲਿਆ, ਜੋ ਤੂੰ ਨਹੀਂ ਮਿਲੇ ਮੰਗਿਆ ਸੀ ਉਹ ਤੈਨੂੰ ਮਿਲਿਆ ਹੋਇਆ ਹੈ। ਜੇ ਉਹ ਵੀ 10 ਵਸਤੂਆਂ ਪਰਮਾਤਮਾ ਨੇ ਤੈਥੋਂ ਖੋਹ ਲਈਆਂ, ਤੂੰ ਫਿਰ ਕੀ ਕਰੇਂਗਾ? ਫਿਰ ਕੀ ਕਰੇਂਗਾ? ਜਿਹੜਾ ਇੰਨਾ ਸੁੰਦਰ ਸੋਹਣਾ ਸਰੀਰ ਦੀ ਘਾਟ ਘੜ ਕੇ ਪਰਮਾਤਮਾ ਨੇ ਤੈਨੂੰ ਤੋਰਿਆ, ਇਸ ਸਰੀਰ ਨੂੰ ਕੋਈ ਰੋਗ ਲੱਗ ਗਿਆ, ਫਿਰ ਕੀ ਕਰੇਂਗਾ? ਸਰੀਰ ਬੇਕਾਰ ਹੋ ਗਿਆ, ਫਿਰ ਕੀ ਕਰੇਂਗਾ? ਜੋ ਦਿੱਤਾ ਹੈ ਤੂੰ ਉਸੇ ਦਾ ਹੀ ਸ਼ੁਕਰਾਨਾ ਕਰਦਾ ਰਹਿ। ਬਾਕੀ ਸਾਰੀਆਂ ਗੱਲਾਂ ਜੋ ਕੁਛ ਤੈਨੂੰ ਦੇਣਾ ਹੈ, ਇਹ ਤੂੰ ਗੱਲਾਂ ਪਰਮਾਤਮਾ 'ਤੇ ਛੱਡ ਦੇ। ਇਹ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ। ਇਹਨਾਂ ਸ਼ਬਦਾਂ ਦੇ ਵਿੱਚ ਹੋਰ ਵੀ ਜਿਹੜਾ ਸੀ ਆਪਾਂ ਕਾਫੀ ਅੱਗੇ ਬੋਲ ਸਕਦੇ ਸੀ, ਪਰ ਸਮਾਂ
ਜ਼ਰੂਰ ਆਪਾਂ ਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਇਤਨੇ ਕੁ ਹਾਜ਼ਰੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।